ਕਰਾਂਗੇ ਇਹਦੇ ਵਿੱਚ ਹੈਡਿੰਗਸ ਵਾਲੇ ਕੁਐਸਚਨਸ ਮੇਨ ਹੋਣਗੇ। ਆਪਾਂ ਹੈਡਿੰਗ ਦੀਆਂ ਕੁਝ ਟਿਪਸ ਤੇ ਟ੍ਰਿਕਸ ਵੀ ਡਿਸਕਸ ਕਰਾਂਗੇ ਕਿ ਆਪਾਂ ਹੈਡਿੰਗਸ ਨੂੰ ਕਿੱਦਾਂ ਸੋਲਵ ਕਰਨਾ। ਠੀਕ ਹੈ ਜੀ, ਜਿੱਦਾਂ ਆਪਣੇ ਕੋਲ ਕੈਂਬਰਿਜ ਦੀ ਇੱਕ ਰੀਡਿੰਗ ਹੈ, ਕੈਂਬਰਿਜ 10 ਰੀਡਿੰਗ 3 ਹੈ ਨਾ। ਠੀਕ ਹੈ, ਜਿਹੜੇ ਇਹਨਾਂ ਨੇ 4 ਆਪਣੇ ਕੋਲ ਆਪਾਂ ਕੁਐਸਚਨਸ ਸੋਲਵ ਕਰਨੇ ਹੋਣਗੇ ਅਤੇ ਆਪਣੇ ਕੋਲ 8 ਉਹਨਾਂ ਨੇ ਹੈਡਿੰਗਸ ਦਿੱਤੇ ਹੋਏ ਆ। ਇਟ ਮੀਨਸ ਡਬਲ ਦਿੱਤੇ ਹੋਏ ਆ। ਆਪਾਂ ਬੈਸਟ ਉਹਨਾਂ ਦੇ ਵਿੱਚੋਂ ਕਿੱਦਾਂ ਚੂਜ਼ ਕਰਨਾ ਹੈਡਿੰਗਸ ਹੈ ਨਾ, ਆਪਾਂ ਉਹਦੇ ਵਿੱਚ ਚੂਜ਼ ਕਰਾਂਗੇ। ਫਸਟ ਆਫ ਆਲ ਪਹਿਲੀ ਗੱਲ ਤਾਂ ਜਦੋਂ ਹੈਡਿੰਗ ਸੋਲਵ ਕਰਨਾ ਤਾਂ ਜਿਹੜੀ ਉਹਨਾਂ ਨੇ ਫੋਰ ਇੱਥੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਪੈਰਾਗ੍ਰਾਫ ਏ ਦਾ 8 ਲਗਾਇਆ ਹੋਇਆ। ਠੀਕ ਹੈ ਜੀ, ਹੁਣ ਉਹਨਾਂ ਨੇ ਏ ਪੈਰਾਗ੍ਰਾਫ ਦਾ 8 ਲਗਾਤਾ, ਇਟ ਮੀਨਸ ਏ ਤਾਂ ਏ ਵਾਲਾ ਦਾ 8 ਆ ਜਿਹੜਾ ਉਹ 8 ਤਾਂ ਹੁਣ ਉਹ ਕਿਸੇ ਦਾ ਵੀ ਨਹੀਂ ਆਊਗਾ, ਇਸ ਲਈ ਆਪਾਂ ਉਹਨੂੰ ਕ੍ਰੋਸ ਕਰ ਦੇਣਾ ਜਿਹੜਾ ਉਹਨਾਂ ਨੇ ਪਹਿਲਾਂ ਆਲਰੇਡੀ ਲਗਾਇਆ ਹੋਇਆ, ਕਿਉਂਕਿ ਹੈਡਿੰਗਸ ਜਸਟ ਇੱਕ ਪੈਸੇਜ ਦਾ ਇੱਕ ਵਾਰ ਹੀ ਆਉਂਦਾ। ਤਾਂ ਆਪਾਂ 8 ਵਾਲੇ ਨੂੰ ਪਹਿਲਾਂ ਹੀ ਕੱਟਤਾ, ਇਟ ਮੀਨਸ ਆਪਣੇ ਕੋਲ 7 ਰਹਿ ਚੁੱਕਿਆ ਟੋਟਲ। ਹੁਣ ਆਪਾਂ ਉਹਨਾਂ 'ਤੇ ਹੀ ਫੋਕਸ ਕਰਾਂਗੇ। ਦੂਸਰੀ ਗੱਲ, ਜਦੋਂ ਉਹਨਾਂ ਨੇ ਏ ਦਾ ਲਗਾ ਹੀ ਦਿੱਤਾ ਤਾਂ ਆਪਾਂ ਨੂੰ ਏ ਨੂੰ ਸੋਲਵ ਕਰਨ ਦੀ ਲੋੜ ਵੀ ਨਹੀਂ ਹੈ। ਠੀਕ ਹੈ ਜੀ, ਤਾਂ ਪੈਸੇਜ ਦਾ ਟਾਈਟਲ ਰੀਡ ਆਊਟ ਕਰਾਂਗੇ, ਦੀ ਕੰਟੈਕਸਟ, ਮੀਨਿੰਗ ਐਂਡ ਸਕੋਪ ਆਫ ਟੂਰਿਜ਼ਮ। ਹਾਂਜੀ, ਕਿੰਨੇ ਵਰਡ ਮੇਨ ਹੈ ਇਹਦੇ ਵਿੱਚ? ਕੰਟੈਕਸਟ, ਮੀਨਿੰਗ, ਸਕੋਪ। ਇਟ ਮੀਨਸ ਇਹ ਕਾਹਦੇ ਨਾਲ ਰਿਲੇਟਡ ਆ? 3 ਵਰਡਸ ਟੂਰਿਜ਼ਮ ਨਾਲ। ਇਟ ਮੀਨਸ ਆਪਣਾ ਜਿਹੜਾ ਪੈਰਾਗ੍ਰਾਫ ਆ ਉਹ ਸਾਰਾ ਕਾਹਦੇ 'ਤੇ ਬੇਸਡ ਹੋਊਗਾ ਜੀ? ਟੂਰਿਜ਼ਮ 'ਤੇ ਬੇਸਡ ਹੋਊਗਾ। ਉਹ ਟੂਰਿਜ਼ਮ ਬਾਰੇ ਹੀ ਗੱਲ ਕਰਨਗੇ। ਫਸਟ ਆਫ ਆਲ ਆਪਾਂ ਪੈਸੇਜ ਦਾ ਟਾਈਟਲ ਪੜ੍ਹਨਾ ਹੀ ਪੜ੍ਹਨਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਪੈਸੇਜ ਦਾ ਟਾਈਟਲ ਪੜ੍ਹਨਾ। ਟੂਰਿਜ਼ਮ 'ਤੇ ਗੱਲ ਹੋਊਗੀ, ਉਹਦਾ ਕੀ ਕੰਟੈਕਸਟ ਆ, ਮੀਨਸ ਉਹਦੇ ਵਿੱਚ ਕੀ ਕੀ ਕੁਛ ਹੁੰਦਾ, ਉਹਦਾ ਮੀਨਿੰਗ ਕੀ ਆ, ਡੈਫੀਨੇਸ਼ਨਸ ਵਗੈਰਾ ਹੋਊਗੀ ਟੂਰਿਜ਼ਮ ਦੀ, ਕਿੰਨੇ ਟਾਈਪ ਦਾ ਹੁੰਦਾ। ਐਂਡ ਸਕੋਪ ਮੀਨਸ ਉਹਦੀਆਂ ਕੀ ਪੋਸੀਬਿਲਿਟੀਜ਼ ਨੇ ਰੀਅਲ ਲਾਈਫ ਦੇ ਵਿੱਚ, ਕੀ ਐਪਲੀਕੇਸ਼ਨਸ ਨੇ, ਕਿੱਦਾਂ ਕੀ ਇਕੋਨਮੀ ਦੇ ਬੇਸ ਤੋਂ ਉਹਦਾ ਕੀ ਇੰਪੋਰਟੈਂਸ ਆ, ਤਾਂ ਉਹ ਸਾਰਾ ਕੁਛ ਡਿਸਕਸ ਹੋਊਗਾ। ਠੀਕ ਹੈ ਜੀ, ਆਪਾਂ ਜਲਦੀ ਰੀਡ ਆਊਟ ਕਰ ਲਿਆ। ਤਾਂ ਫਸਟ ਆਪਾਂ ਏ ਵਾਲਾ ਜਿਹੜਾ ਉਹਨੂੰ ਪੜ੍ਹ ਵੀ ਸਕਦੇ ਹੋ ਜੀ, ਜੇ ਜ਼ਿਆਦਾ ਜਲਦੀ ਨਾ ਪੜ੍ਹਨਾ। ਇਹਦਾ ਲਗਾਏ ਹੋਏ ਇਸ ਲਈ ਆਪਾਂ ਇਹਨੂੰ ਨਹੀਂ ਪੜ੍ਹ ਰਹੇ। ਠੀਕ ਹੈ ਜੀ, ਫਸਟ ਆਫ ਆਲ ਆਪਾਂ ਹੁਣ ਬੀ 'ਤੇ ਆ ਚੁੱਕੇ ਹਾਂ। ਚਲੋ ਪੜ੍ਹਨਾ ਸਟਾਰਟ ਕਰਦੇ ਹਾਂ। ਟੂਰਿਜ਼ਮ ਇਨ ਦੀ ਮਾਸ ਫਾਰਮ as we know it today is a distinctly 20th century phenomena। ਉਹ ਕਹਿੰਦੇ ਜੀ ਜਿਹੜਾ ਟੂਰਿਜ਼ਮ ਆ ਉਹ ਮਾਸ ਦੀ ਫਾਰਮ ਦੇ ਵਿੱਚ, ਤਾਂ ਉਹ 20th century ਦਾ ਫਿਨੋਮਨਾ, ਮੀਨਸ ਉਹ 20th century ਦੇ ਵਿੱਚ ਹੀ ਡਿਵੈਲਪ ਹੋਇਆ। Historians suggest that the advent of mass tourism began in England during the Industrial Revolution with the rise of middle class and the availability of relatively inexpensive transportation। काफ़ी लंबी लॉन्ग सेंटेंस है जी, तो तोड़ के भी पढ़ सकते हो। Historians suggest that advent means ਹੁੰਦਾ जी स्टार्ट होना, किसी चीज़ का आरंभ होना। मास टूरिज़म का स्टार्ट होया सी, वो कहते इंग्लैंड दे विच कदों होया सी? इंडस्ट्रीयल रैवोल्यूशन के टाइम ते होया सी। कादे नाल होया सी? जदों उत्थे मिडल क्लास का राइज होया सी ते उन्हां कोले इनएक्सपेंसिव ट्रांसपोर्टेशन सी, जिहड़ी एक्सपेंसिव नहीं सी, तां करके आह सारा कुछ होया सी। बेसिकली आपां जिहड़ी मैं हैडिंग दे विच गल करनी है वो जिद्दां ਇੱਦਾਂ ਦੇਖਣਾ, ਇਹ 'ਚ ਮਾਸ ਟੂਰਿਜ਼ਮ ਬਾਰੇ ਦੱਸ ਰਹੇ ਆ ਬੇਸਿਕਲੀ। ਆ 3-4 ਲਾਈਨ ਦੇ ਵਿੱਚ ਫਸਟ ਲਾਈਨ 'ਚ ਉਹਨਾਂ ਨੇ ਮਾਸ ਫਾਰਮ ਦੀ ਗੱਲ ਕਰੀ, ਮੀਨਸ ਜਿਹਨੂੰ ਟੂਰਿਜ਼ਮ ਨੂੰ ਮਾਸ ਫਾਰਮ ਦੇ ਤੌਰ 'ਤੇ ਦੇਖੀਏ। ਤਾਂ ਸੈਕਿੰਡ ਲਾਈਨ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਮਾਸ ਟੂਰਿਜ਼ਮ ਕਦੋਂ ਸਟਾਰਟ ਹੋਇਆ ਸੀ, ਕਿਹਨੇ ਸਟਾਰਟ ਕੀਤਾ ਸੀ, ਕਿੱਦਾਂ ਸਟਾਰਟ ਹੋਇਆ ਸੀ, ਉਹ ਸਾਰਾ ਮਾਸ ਟੂਰਿਜ਼ਮ ਨੂੰ ਅੱਗੇ ਉਹਨਾਂ ਨੇ ਐਕਸਪੈਂਡ ਕਰ ਲਿਆ। ਟਰਮ ਇੱਕ ਹੀ ਆ, ਆਪਾਂ ਹੈਡਿੰਗ ਦੇ ਵਿੱਚ ਜਸਟ ਇੱਕ ਹੀ ਮੀਨਿੰਗ ਨੂੰ ਲੈ ਕੇ ਚੱਲਣਾ ਵੀ ਕਿਸ ਚੀਜ਼ ਦੀ ਗੱਲ ਹੋਈ ਆ। ਨੈਕਸਟ ਪੜ੍ਹਦੇ ਹਾਂ। The creation of commercial airline industry following the Second World War and the subsequent development of the jet aircraft in the 1950s signaled the rapid growth and expansion of international travel। फिर अगे दस रहे हैं जी, जिमें जिमें कहते भी कमर्शियल एयरलाइन की ग्रोथ हुई तो ਉਹਦੇ ਨਾਲ ਹੋਰ ਜ਼ਿਆਦਾ ਐਕਸਪੈਂਡ ਹੋ ਗਿਆ ਜਿਹੜਾ ਇੰਟਰਨੈਸ਼ਨਲ ਟਰੈਵਲ ਸੀ। ਮੀਨਸ ਟੂਰਿਜ਼ਮ ਦੀ ਹੀ ਗੱਲ ਕਰ ਰਿਹਾ, ਟੂਰਿਜ਼ਮ ਹੋਰ ਜ਼ਿਆਦਾ ਵੱਧ ਗਿਆ। ਕਾਹਦੇ ਨਾਲ ਵੱਧ ਗਿਆ? ਇੰਟਰਨੈਸ਼ਨਲ ਏਅਰਲਾਈਨ ਦੇ ਨਾਲ। ਦਿਸ ਗਰੋਥ ਲੈਡ ਟੂ ਦੀ ਡਿਵੈਲਪਮੈਂਟ ਆਫ ਮੇਜਰ ਨਿਊ ਇੰਡਸਟਰੀ। ਠੀਕ ਹੈ ਜੀ, ਇਹ ਗਰੋਥ ਦੇ ਕਰਕੇ ਜਦੋਂ ਜ਼ਿਆਦਾ ਲੋਕ ਟਰੈਵਲ ਕਰਨ ਲੱਗੇ
ਟੂਰਿਜ਼ਮ ਡਿਵੈਲਪ ਹੋਇਆ। ਠੀਕ ਹੈ ਜੀ। In turn, international tourism became the concern of a number of world governments since it is not only provided new employment opportunities but also produced a means of earning foreign exchange। ਉਹ ਦੱਸ ਰਹੇ ਆ ਟੂਰਿਜ਼ਮ ਦੇ ਨਾਲ ਕੀ ਇਹ ਇੰਪਲੋਇਮੈਂਟ ਓਪਰਚੁਨਿਟੀਜ਼ ਤਾਂ ਮਿਲਦੀਆਂ ਲੋਕਾਂ ਨੂੰ, ਰੁਜ਼ਗਾਰ ਤਾਂ ਮਿਲਦਾ ਹੀ ਮਿਲਦਾ, ਨਾਲ ਦੇ ਨਾਲ ਫੋਰਨ ਐਕਸਚੇਂਜ ਵੀ ਅਰਨ ਕਰਦੇ ਆ, ਮੀਨਸ ਫੋਰਨ ਕਰੰਸੀ ਵੀ ਆਪਾਂ ਫੈਚ ਕਰ ਸਕਦੇ ਹਾਂ, ਫੋਰਨ ਕਰੰਸੀ ਵੀ ਆਪਾਂ ਕਮਾ ਸਕਦੇ ਹਾਂ। ਠੀਕ ਹੈ ਜੀ। ਇਹਦਾ ਕੰਟਰੀ ਨੂੰ ਇੱਕ ਫਾਇਦਾ ਹੁੰਦਾ। ਬੇਸਿਕਲੀ ਹੁਣ ਜੇ ਆਪਾਂ ਇਹਨੂੰ ਓਵਰਆਲ ਦੇਖੀਏ ਤਾਂ ਬੀ ਪੈਰਾਗ੍ਰਾਫ ਦੇ ਵਿੱਚ ਕਿਸ ਚੀਜ਼ ਦੀ ਗੱਲ ਹੋਈ, ਤਾਂ ਓਵਰਆਲ ਬੀ ਪੈਰਾਗ੍ਰਾਫ ਦੇ ਵਿੱਚ ਫਸਟ ਉਹਨਾਂ ਨੇ ਮਾਸ ਟੂਰਿਜ਼ਮ ਦੀ ਗੱਲ ਕੀਤੀ 2-3 ਲਾਈਨਸ ਦੇ ਵਿੱਚ। ਨੈਕਸਟ ਵਾਲੀਆਂ ਉਹੀ ਮਾਸ ਟੂਰਿਜ਼ਮ ਨੂੰ ਕਿੱਦਾਂ ਡਿਵੈਲਪ ਹੋਇਆ ਸੀ, ਕਿੱਦਾਂ ਸਟਾਰਟ ਹੋਇਆ ਸੀ, ਸਾਰਾ ਉਸੇ ਨੂੰ ਡਿਫਾਈਨ ਕਰ ਰਿਹਾ, ਉਹਦੇ ਨਾਲ ਕਿਹਨੂੰ ਫਾਇਦਾ ਹੋ ਰਿਹਾ। ਤਾਂ ਨੈਕਸਟ ਹੁਣ ਆਪਾਂ ਇਹਦੇ ਜਦੋਂ ਹੈਡਿੰਗਸ ਨੂੰ ਆਪਾਂ ਪਿਕ ਕਰਨਾ ਜੀ, ਉਹ ਕਿੱਦਾਂ ਪਿਕ ਕਰਨਾ, ਤਾਂ ਆਪਾਂ ਸਾਰੇ ਹੈਡਿੰਗਸ ਨੂੰ ਸਟਾਰਟਿੰਗ ਤੋਂ ਲੈ ਕੇ ਦੇਖਣਾ ਵੀ ਬੀ ਪੈਰਾਗ੍ਰਾਫ ਦੇ ਵਿੱਚ ਕਿਸ ਚੀਜ਼ ਦੀ ਗੱਲ ਹੋ ਰਹੀ ਹੈ। ਇਕੋਨਮਿਕ ਐਂਡ ਸੋਸ਼ਲ ਸਿਗਨੀਫਿਕੈਂਸ ਆਫ ਟੂਰਿਜ਼ਮ। ਇਕੋਨਮਿਕ ਅਤੇ ਸੋਸ਼ਲ ਸਿਗਨੀਫਿਕੈਂਸ ਕੀ ਹੈ ਟੂਰਿਜ਼ਮ ਦਾ। ਹੁਣ ਚਲੋ ਉਹਨਾਂ ਨੇ ਇਕੋਨਮਿਕ ਤਾਂ ਦੱਸਿਆ ਥੋੜ੍ਹਾ ਬਹੁਤ ਵੀ ਕਰੰਸੀ ਅਰਨ ਕਰ ਸਕਦੇ ਹਾਂ, ਸੋਸ਼ਲ ਸਿਗਨੀਫਿਕੈਂਸ ਉਹਨਾਂ ਨੇ ਨਹੀਂ ਦੱਸਿਆ ਟੂਰਿਜ਼ਮ ਦਾ। ਠੀਕ ਹੈ ਜੀ। ਵੈਸੇ ਵੀ ਉੱਥੇ ਮਾਸ ਟੂਰਿਜ਼ਮ ਦੀ ਗੱਲ ਕਰ ਰਹੇ ਆ, ਚਲੋ ਇਹਨੂੰ ਆਪਾਂ ਸਕਿਪ ਕਰਤਾ, ਇਟ ਮੀਨਸ ਇਹ ਨਹੀਂ ਲੱਗੂਗਾ। ਸੈਕਿੰਡ, ਦੀ ਡਿਵੈਲਪਮੈਂਟ ਆਫ ਮਾਸ ਟੂਰਿਜ਼ਮ। ਠੀਕ ਹੈ ਜੀ। ਮਾਸ ਟੂਰਿਜ਼ਮ ਕਿੱਦਾਂ ਡਿਵੈਲਪ ਹੋਇਆ, ਡਿਵੈਲਪਮੈਂਟ ਆਫ ਮਾਸ ਟੂਰਿਜ਼ਮ। ਮਾਸ ਟੂਰਿਜ਼ਮ ਦੀ ਉਹਨਾਂ ਨੇ ਗੱਲ ਕੀਤੀ ਸੀ, ਉਹ ਡਿਵੈਲਪ ਕਿੱਦਾਂ ਹੋਇਆ ਸੀ, ਕਾਹਦੇ ਨਾਲ ਹੋਇਆ ਸੀ, ਕਿੱਥੋਂ ਹੋਇਆ ਸੀ, ਕਿਹਦੇ ਕਰਕੇ ਹੋਇਆ, ਸਾਰਾ ਕੁਛ ਉਹਦੇ ਵਿੱਚ ਉਹਨਾਂ ਨੇ ਡਿਫਾਈਨ ਕੀਤਾ। ਇਟ ਮੀਨਸ ਜਿਹੜੀ ਆਹ ਆਪਸ਼ਨ ਆਪਾਂ ਨੂੰ ਲੱਗ ਰਿਹਾ ਜੀ ਐਪਰੋਪ੍ਰੀਏਟ ਆ, ਇਹੀ ਆਪਣੇ ਆਨਸਰ 'ਚ ਆ ਰਹੀ ਆ। ਤਾਂ ਚਲੋ ਇੱਕ ਵਾਰ ਇਹਨੂੰ ਆਪਾਂ ਹਜੇ ਵੀ ਇਹਨੂੰ ਇੱਕ ਵਾਰ ਹੋਲਡ ਕਰ ਲੈਂਦੇ, ਨੈਕਸਟ ਵਾਲੇ ਦੇਖ ਲੈਂਦੇ ਹਾਂ ਜੇ ਕੋਈ ਮੈਚ ਇਦੋਂ ਵਧੀਆ ਕਰਦਾ ਹੋਇਆ। ਟਰੈਵਲ ਫॉर ਦੀ ਵੈਲਥੀ, ਇਹ ਤਾਂ ਨਹੀਂ, ਇੱਦਾਂ ਤਾਂ ਦੀ ਕੋਈ ਗੱਲ ਨਹੀਂ ਲੱਗੀ ਜੀ। ਅਰਨਿੰਗ ਫੋਰਨ ਐਕਸਚੇਂਜ ਥਰੂ ਟੂਰਿਜ਼ਮ। ਹੁਣ ਕਈ ਵਾਰ ਸਟੂਡੈਂਟ ਕੀ ਕਰਦੇ ਆ, ਉਹ ਜਸਟ ਵਰਡ ਨੂੰ ਪਿਕ ਕਰ ਲੈਂਦੇ ਆ, ਜਿੱਦਾਂ ਉਹਨਾਂ ਨੇ ਆਹੀ ਵਰਡਸ ਆਪਣੇ ਬੀ ਪੈਰਾਗ੍ਰਾਫ ਦੀ ਐਂਡ ਵਾਲੀ 'ਚ ਪਾਏ ਸੀ, ਲਾਈਨ 'ਚ ਪਾਏ ਸੀ, ਅਰਨਿੰਗ ਫੋਰਨ ਐਕਸਚੇਂਜ ਥਰੂ ਟੂਰਿਜ਼ਮ। ਬਟ ਹੁਣ ਜਿਹੜਾ ਆਪਾਂ ਹੈਡਿੰਗ ਲਗਾਉਣਾ ਹੁੰਦਾ ਉਹ ਤਾਂ ਆਪਾਂ ਸਾਰੇ ਪੈਰਾਗ੍ਰਾਫ ਦਾ ਲਗਾਉਣਾ ਹੁੰਦਾ, ਤਾਂ ਇਸ ਲਈ ਆਪਾਂ ਇੱਕ ਲਾਈਨ ਨੂੰ, ਇੱਕ ਸੈਂਟੈਂਸ ਨੂੰ ਦੇਖ ਕੇ ਉਹਨੂੰ ਇਹ ਨਹੀਂ ਕਹਿ ਸਕਦੇ ਜੀ ਹਾਂਜੀ ਫੋਰਥ ਹੀ ਲੱਗੂਗਾ, ਕਿਉਂਕਿ ਉਹਨਾਂ ਨੇ ਅਰਨਿੰਗ ਫੋਰਨ ਐਕਸਚੇਂਜ ਦੀ ਗੱਲ ਕੀਤੀ ਹੈ, ਜਸਟ ਕੀਤੀ ਆ ਬਟ ਇੱਕ ਸੈਂਟੈਂਸ 'ਚ ਕੀਤੀ ਹੈ। ਬਾਕੀ ਪੈਰਾਗ੍ਰਾਫ 'ਚ ਉਹ ਸਾਰੇ 'ਚ ਮਾਸ ਟੂਰਿਜ਼ਮ ਦੀ ਗੱਲ ਕਰ ਰਿਹਾ। ਵੈਸੇ ਵੀ ਮਾਸ ਟੂਰਿਜ਼ਮ ਜਦੋਂ ਅੱਗੇ ਐਕਸਪੈਂਡ ਕਰ ਰਿਹਾ ਤਾਂ ਉਹ ਉਹਦੇ ਵਿੱਚ ਹੀ ਆ ਜਾਊਗਾ ਅਰਨਿੰਗ ਫੋਰਨ ਐਕਸਚੇਂਜ, ਤਾਂ ਇਹਨੂੰ ਆਪਾਂ ਨਹੀਂ ਲਗਾ ਸਕਦੇ, ਇੱਥੇ ਕਨਫਿਊਜ਼ ਹੋਣ ਦੇ ਚਾਂਸ ਸੀ। ਬਾਕੀ ਇਹਦੇ ਨਾਲ ਕੋਈ ਮੈਚ ਨਹੀਂ ਹੋ ਰਿਹਾ, ਆਪਾਂ ਦੇਖ ਲੈਂਦੇ ਹਾਂ। ਡਿਫੀਕਲਟੀ ਇਨ ਰਿਕੋਗਨਾਈਜ਼ਿੰਗ ਦੀ ਇਕੋਨਮਿਕ ਇਫੈਕਟਸ ਆਫ ਟੂਰਿਜ਼ਮ, ਨਹੀਂ ਜੀ ਡਿਫੀਕਲਟੀ ਵਗੈਰਾ ਦੀ ਕੋਈ ਗੱਲ ਨਹੀਂ ਹੋਈ। ਇਕੋਨਮਿਕ ਇਫੈਕਟਸ ਦੀ ਕੰਟਰੀਬਿਊਸ਼ਨ ਆਫ ਏਅਰ ਟਰੈਵਲ ਟੂ ਟੂਰਿਜ਼ਮ, ਹਾਂਜੀ ਇਹਦੀ ਥੋੜ੍ਹੀ ਜਿਹੀ ਗੱਲ ਹੋਈ ਸੀ ਬਟ ਇਹਦੀ ਵੀ ਇੱਕ ਸੈਂਟੈਂਸ 'ਚ ਗੱਲ ਹੋਈ ਸੀ। ਠੀਕ ਹੈ ਜੀ। ਆਪਾਂ ਇਸ ਲਈ ਇਹਨੂੰ ਵੀ ਨਹੀਂ ਆਪਾਂ ਪਿਕ ਕਰ ਸਕਦੇ। ਦੀ ਵਰਡ ਇੰਪੈਕਟ ਆਫ ਟੂਰਿਜ਼ਮ, ਵਰਡ 'ਤੇ ਕੀ ਇੰਪੈਕਟ ਪਿਆ ਟੂਰਿਜ਼ਮ ਦਾ, ਵਰਡ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ, 8 ਵਾਲਾ ਆਪਾਂ ਪਹਿਲਾਂ ਹੀ ਲਾ ਚੁੱਕੇ ਹਾਂ। ਠੀਕ ਹੈ ਜੀ। ਹੁਣ ਜਸਟ ਜਿਹੜਾ ਇੱਕ ਹੀ ਟਾਈਟਲ ਬਚਿਆ ਆਪਣੇ ਕੋਲ, ਜਿਹੜਾ ਸਾਰੇ ਪੈਰਾਗ੍ਰਾਫ ਨੂੰ ਇਨਕਲੂਡ ਕਰ ਰਿਹਾ। ਆਪਾਂ ਹੈਡਿੰਗਸ ਦੇ ਵਿੱਚ ਇਹੀ ਚੈੱਕ ਕਰਨਾ ਹੁੰਦਾ ਵੀ ਸਾਰੇ ਪੈਰਾਗ੍ਰਾਫ ਨੂੰ ਕਿਹੜਾ ਜਿਹੜਾ ਆਪਣਾ ਹੈਡਿੰਗ ਆ ਉਹ ਇਨਕਲੂਡ ਕਰ ਰਿਹਾ, ਸਾਰਾ ਪੈਰਾਗ੍ਰਾਫ ਉਹਦੇ ਵਿੱਚ ਇਨਕਲੂਡ ਹੋ ਜਾਏਗਾ। ਹੁਣ ਆਹ 2 ਜਿਹੜੇ 6 ਸੀ, ਇੱਕ 4th ਸੀ, ਇਹਨਾਂ ਦੀ ਗੱਲ ਤਾਂ ਹੋਈ ਸੀ ਬਟ ਇੱਕ ਸੈਂਟੈਂਸ 'ਚ ਹੋਈ ਸੀ, ਬਾਕੀ ਸਾਰਾ ਪੈਰਾਗ੍ਰਾਫ ਇਹਨਾਂ ਦੇ ਵਿੱਚ ਕਵਰ ਨਹੀਂ ਹੋ ਰਿਹਾ ਸੀ। ਹੁਣ ਇਹਨਾਂ ਦੇ ਵਿੱਚ ਮਾਸ ਟੂਰਿਜ਼ਮ ਕਵਰ ਨਹੀਂ ਹੋ ਰਿਹਾ, ਇਹਦੇ ਵਿੱਚ ਵੀ ਨਹੀਂ ਹੋ ਰਿਹਾ, ਬਟ ਮਾਸ ਟੂਰਿਜ਼ਮ 'ਚ ਇਹ ਦੋਨੋਂ ਚੀਜ਼ਾਂ ਕਵਰ ਹੋ ਰਹੀਆਂ। ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਣਾ, ਇਸ ਲਈ ਆਪਾਂ ਬੀ ਪੈਰਾਗ੍ਰਾਫ ਦਾ ਹੈਡਿੰਗ ਲਗਾ ਦਾਂਗੇ ਜੀ ਸੈਕਿੰਡ। ਓਕੇ ਜੀ। ਹੋਪਫੁਲੀ ਤੁਹਾਨੂੰ ਥੋੜ੍ਹੀ ਕਲੈਰਿਟੀ ਆਈ ਹੋਊਗੀ ਹੈਡਿੰਗਸ ਨੂੰ ਆਪਾਂ ਕਿੱਦਾਂ ਕਰਨਾ। ਤਾਂ ਆਪਾਂ ਸੀ ਪੈਰਾਗ੍ਰਾਫ 'ਤੇ ਆ ਗਏ, ਇਹਨੂੰ ਪੜ੍ਹਦੇ ਹਾਂ, ਦੇਖਦੇ ਹਾਂ ਇਹਦੇ ਵਿੱਚ ਕਿਸ ਚੀਜ਼ ਦੀ ਗੱਲ ਹੋਈ ਆ। ਟੂਰਿਜ਼ਮ ਟੂਡੇ ਹੈਜ਼ ਗਰੋਨ ਸਿਗਨੀਫਿਕੈਂਟਲੀ ਇਨ ਬੋਥ ਇਕੋਨਮਿਕ ਐਂਡ ਸੋਸ਼ਲ ਇੰਪੋਰਟੈਂਸ। ਉਹ ਕਹਿ ਰਿਹਾ ਜੀ ਟੂਰਿਜ਼ਮ ਦੀ ਹੁਣ ਇਕੋਨਮਿਕ ਇੰਪੋਰਟੈਂਸ ਵੀ ਹੈਗੀ ਆ ਅਤੇ ਸੋਸ਼ਲ ਇੰਪੋਰਟੈਂਸ ਵੀ ਹੈਗੀ ਆ। ਇਨ ਮੋਸਟ ਇੰਡਸਟਰੀਅਲਾਈਜ਼ਡ ਕੰਟਰੀਜ਼ ਓਵਰ ਦੀ ਪਾਸਟ few years, the fastest growth has seen in the area of services. One of the largest segment of service industry, although largely unrecognized as entity in some of these countries. ਉਹ ਕਹਿ ਰਿਹਾ ਜੀ ਪਿਛਲੇ ਫਿਊ ਈਅਰਸ ਦੇ ਵਿੱਚ ਇਹਦੀ ਕਾਫੀ ਗਰੋਥ ਹੋਈ ਆ। ਠੀਕ ਹੈ। ਏਰੀਆ ਆਫ ਸਰਵਿਸਿਜ਼ ਦੇ ਵਿੱਚ ਸਾਰੀਆਂ ਕੰਟਰੀ ਦੇ ਵਿੱਚ, ਇੰਡਸਟਰੀਅਲਾਈਜ਼ ਕੰਟਰੀ ਦੇ ਵਿੱਚ
ਸਭ ਤੋਂ ਲਾਰਜੈਸਟ ਸੈਗਮੈਂਟ ਕਿਹੜਾ ਸਾਰੀਆਂ ਸਰਵਿਸ ਇੰਡਸਟਰੀ ਚੋਂ ਸਰਵਿਸ ਇੰਡਸਟਰੀ ਹੈ, ਠੀਕ ਹੈ ਜੀ। ਜਿਹੜੇ ਨੂੰ ਲਾਰਜਲੀ ਅਨਰਿਕੋਗਨਾਈਜ਼ਡ, ਅਨਰਿਕੋਗਨਾਈਜ਼ ਮੀਨਸ ਉਹਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਅਕੋਰਡਿੰਗ ਟੂ ਦੀ ਵਰਲਡ ਟਰੈਵਲ ਐਂਡ ਟੂਰਿਜ਼ਮ ਕਾਉਂਸਿਲ, ਹੁਣ ਅੱਗੇ ਉਹਨੂੰ ਡਿਫਾਈਨ ਕਰ ਰਹੇ ਆ ਕੋਈ ਐਗਜ਼ਾਮਪਲ ਨਾਲ, ਠੀਕ ਹੈ ਜੀ। ਐਗਜ਼ਾਮਪਲ ਕੋਈ ਸਰਵੇ ਵਿੱਚ ਐਡ ਕਰ ਰਹੇ ਆ। ਟਰੈਵਲ ਐਂਡ ਟੂਰਿਜ਼ਮ ਇਨ ਦੀ ਲਾਰਜੈਸਟ ਇੰਡਸਟਰੀ ਇਨ ਦੀ ਵਰਲਡ ਔਨ ਵਰਚੁਅਲੀ ਐਨੀ ਇਕੋਨਮਿਕ ਮੇਜਰ ਇਨਕਲੂਡਿੰਗ ਵੈਲਿਊ ਐਡਡ ਕੈਪੀਟਲ ਇਨਵੈਸਟਮੈਂਟ, ਇੰਪਲੋਇਮੈਂਟ ਐਂਡ ਟੈਕਸ ਕੰਟਰੀਬਿਊਸ਼ਨਸ। ਆ ਉਹਨਾਂ ਨੇ ਕੋਈ ਸਰਵੇ ਐਡ ਕੀਤਾ ਜਿਸ ਦੇ ਅਕੋਰਡਿੰਗ ਉਹ ਦੱਸ ਰਹੇ ਆ ਜੀ ਇੰਨਾ ਉਹਨਾਂ ਦਾ ਟਰੈਵਲ ਅਤੇ ਟੂਰਿਜ਼ਮ ਇੰਡਸਟਰੀ ਲਾਰਜੈਸਟ ਇੰਡਸਟਰੀ ਆ ਵਰਲਡ ਦੇ ਵਿੱਚ, ਜਿਹੜੀ ਇਕੋਨਮਿਕ ਪੁਆਇੰਟ ਆਫ ਵਿਊ ਤੋਂ, ਠੀਕ ਹੈ ਜੀ। ਅਤੇ ਜੇ ਆਪਾਂ ਹੁਣ ਦੇਖੀਏ ਸਟਾਰਟਿੰਗ 'ਚ ਉਹਨਾਂ ਨੇ ਗੱਲ ਕੀਤੀ ਸੀ ਇਕੋਨਮਿਕ ਇੰਪੋਰਟੈਂਸ ਦੀ ਅਤੇ ਸੋਸ਼ਲ ਇੰਪੋਰਟੈਂਸ ਦੀ, ਤਾਂ ਇੰਨੀਆਂ ਲਾਈਨ ਦੇ ਵਿੱਚ ਉਹਨਾਂ ਨੇ ਇਕੋਨਮਿਕ ਇੰਪੋਰਟੈਂਸ ਨੂੰ ਹੀ ਡਿਫਾਈਨ ਕਰ ਰਹੇ ਆ, ਠੀਕ ਹੈ ਜੀ। ਤਾਂ ਨੈਕਸਟ ਦੇਖ ਲੈਂਦੇ ਹਾਂ। ਆ ਸਾਰਾ ਇਹਦੇ ਵਿੱਚ ਵੀ ਫਾਈਨੈਂਸ਼ੀਅਲ ਹੀ ਦੱਸ ਰਹੇ ਆ ਵੀ ਇੰਨੇ ਟ੍ਰਿਲੀਅਨ ਹੋ ਗਈ ਜਿਹੜੀ ਇੰਡਸਟਰੀ ਦੀ ਆਊਟਪੁੱਟ ਸੀਗੀ ਜੀ ਟਰੈਵਲ ਇੰਡਸਟਰੀ ਦੀ। ਲਾਰਜੈਸਟ ਇੰਪਲੋਇਰ ਆ ਜਿਹਦੇ ਵਿੱਚ ਇੰਨੀਆਂ ਜੋਬਸ ਨੇ, ਠੀਕ ਹੈ ਜੀ। ਦਿਸ ਇੰਡਸਟਰੀ ਇਜ਼ ਦੀ ਵਰਲਡਸ ਲੀਡਿੰਗ ਇੰਡਸਟਰੀ ਕੰਟਰੀਬਿਊਟ ਪ੍ਰੋਡਿਊਸਿੰਗ 6% ਆਫ ਦੀ ਵਰਲਡ ਗ੍ਰੋਸ ਨੈਸ਼ਨਲ ਪ੍ਰੋਡਕਟ ਅਕਾਊਂਟਿੰਗ ਫॉर ਕੈਪੀਟਲ ਇਨਵੈਸਟਮੈਂਟ in excess of $422 billion in direct and indirect personal taxes each। ਇੱਥੇ ਵੀ ਇਕੋਨਮਿਕ ਇੰਪੋਰਟੈਂਸ ਮੀਨਸ ਫਾਈਨੈਂਸ਼ੀਅਲ ਦੀ ਹੀ ਗੱਲ ਕਰ ਰਹੇ ਆ। ਦਸ ਟੂਰਿਜ਼ਮ ਹੈਜ਼ ਅ ਪ੍ਰੋਫਾਊਂਡ ਇੰਪੈਕਟ ਬੋਥ ਔਨ ਇਕੋਨਮੀ। ਹੁਣ ਨੈਕਸਟ ਐਂਡ ਦੇ ਵਿੱਚ ਉਹਨਾਂ ਨੇ ਫਿਰ ਕਨਕਲੂਡ ਕੀਤਾ ਵੀ ਟੂਰਿਜ਼ਮ ਦਾ ਇੰਪੈਕਟ ਕਾਹਦੇ 'ਤੇ ਆ, ਵਰਲਡ ਇਕੋਨਮੀ 'ਤੇ ਆ। ਐਂਡ ਬਿਕਾਜ਼ ਆਫ ਦੀ ਐਜੂਕੇਟਿਵ ਇਫੈਕਟ ਆਫ ਦੀ ਟਰੈਵਲ ਐਂਡ ਇਫੈਕਟਸ ਆਫ ਦੀ ਇੰਪਲੋਇਮੈਂਟ ਔਨ ਸੋਸਾਇਟੀ ਇਟਸੈਲਫ। ਉਹ ਕਹਿ ਰਿਹਾ ਜੀ ਜਦੋਂ ਇਹਦਾ ਇਕੋਨਮੀ 'ਤੇ ਤਾਂ ਇੰਪੈਕਟ ਹੈਗਾ ਹੀ ਹੈਗਾ ਅਤੇ ਨਾਲ ਉਹਦਾ ਸੁਸਾਇਟੀ 'ਤੇ ਵੀ ਇਫੈਕਟ ਹੈਗਾ, ਕਿਉਂਕਿ ਉਹਦੇ ਵਿੱਚ ਇੰਪਲੋਇਮੈਂਟ ਜਨਰੇਟ ਹੁੰਦੀ ਆ। ਤਾਂ ਇਸ ਲਈ ਇਹ ਸਾਰੇ ਪੈਰਾਗ੍ਰਾਫ ਦੇ ਵਿੱਚ ਉਹ ਦੋ ਚੀਜ਼ਾਂ ਦੀ ਹੀ ਗੱਲ ਕਰ ਰਹੇ ਆ, ਇਕੋਨਮਿਕ ਇੰਪੋਰਟੈਂਸ ਦੀ ਅਤੇ ਸੋਸ਼ਲ ਇੰਪੋਰਟੈਂਸ ਦੀ। ਜੇ ਆਪਣੇ ਧਿਆਨ 'ਚ ਹੋਵੇ ਆਪਾਂ ਰੀਸੈਂਟ ਆਪਾਂ ਪੜ੍ਹੇ ਆ ਇੱਦਾਂ ਦਾ ਆਪਣੇ ਕੋਲ ਹੈਡਿੰਗ ਵੀ ਹੈਗਾ। ਹੈਡਿੰਗਸ ਦੇਖੀਏ ਤਾਂ ਫਸਟ ਵਾਲਾ ਹੈਡਿੰਗ ਹੀ ਪਿਆ ਇਕੋਨਮਿਕ ਐਂਡ ਸੋਸ਼ਲ ਸਿਗਨੀਫਿਕੈਂਸ ਆਫ ਟੂਰਿਜ਼ਮ। ਤਾਂ ਆਪਾਂ ਜਮਾ ਡਾਇਰੈਕਟ ਆਪਣਾ ਮੈਚ ਹੋ ਗਿਆ ਜੀ, ਆਪਾਂ ਸੀ ਦਾ ਹੈਡਿੰਗ ਲਗਾ ਦਾਂਗੇ ਜੀ ਫਸਟ, ਠੀਕ ਹੈ ਜੀ। ਤਾਂ ਇਹ ਸੀਗਾ ਜੀ ਲਿਸਟ ਆਫ ਮੈਚਿੰਗਸ ਨੂੰ ਆਪਾਂ ਕਿੱਦਾਂ ਮੈਚ ਕਰਨਾ। ਆਪਾਂ ਜਸਟ ਕੀਵਰਡ ਦੇਖਣੇ ਆ ਹੈਡਿੰਗ ਦੇ ਵਿੱਚ, ਠੀਕ। ਜਿੰਨੇ ਵੀ ਜਿਹੜਾ ਵੀ ਆਪਾਂ ਟਾਈਟਲ ਲਗਾ ਰਹੇ ਕਿ ਉਸ ਪੈਰਾਗ੍ਰਾਫ ਦੇ ਵਿੱਚ ਸਾਰੇ ਦੇ ਵਿੱਚ ਉਸ ਚੀਜ਼ ਦੀ ਹੀ ਗੱਲ ਹੋ ਰਹੀ ਆ ਜਾਂ ਕੋਈ ਹੋਰ ਵੀ ਹੋ ਰਹੀ, ਉਹ ਸਾਰੇ ਪੈਰਾਗ੍ਰਾਫ ਨੂੰ ਇਨਕਲੂਡ ਕਰ ਰਹੇ ਜਿਹੜਾ ਹੈਡਿੰਗ ਲਗਾ ਰਹੇ ਆ। ਤਾਂ ਬੇਸਿਕਲੀ ਆਪਾਂ ਇਹੀ ਚੈੱਕ ਕਰਨਾ, ਆਪਾਂ ਓਵਰਆਲ ਦੇਖਣਾ ਪੈਰਾਗ੍ਰਾਫ ਦੇ ਵਿੱਚ ਗੱਲ ਕਿਸ ਚੀਜ਼ ਦੀ ਹੋ ਰਹੀ ਆ। ਆਪਾਂ ਨੂੰ ਜ਼ਿਆਦਾ ਡੀਪਲੀ ਨਹੀਂ ਸਮਝਣਾ ਹੈਗਾ ਵੀ ਡੀਪ ਦੇ ਵਿੱਚ ਕਿਸ ਚੀਜ਼ ਦੀ ਗੱਲ ਹੋ ਰਹੀ ਹੈ। ਫੋਰ ਐਗਜ਼ਾਮਪਲ ਜਿਹੜਾ ਸੀ ਪੈਰਾਗ੍ਰਾਫ ਸੀ ਉਹਦੇ ਵਿੱਚ ਉਹ ਦੱਸ ਰਹੇ ਸੀ ਇੰਨੇ ਟ੍ਰਿਲੀਅਨ ਜੋਬਸ ਆ, ਇੰਨੇ ਆ ਇੰਪਲੋਇਮੈਂਟ ਫਿਗਰਸ ਜ਼ਿਆਦਾ ਨਹੀਂ ਹੋ ਜਾਣਾ। ਆਪਾਂ ਓਵਰਆਲ ਦੇਖਣਾ ਦੀ ਕਿ ਓਵਰਆਲ ਕਰੈਕਸ ਦੇਖਣਾ ਜੀ, ਓਵਰਆਲ ਕਿਸ ਚੀਜ਼ ਦੀ ਗੱਲ ਕਰ ਰਹੇ ਆ। ਫਿਰ ਆਪਣੇ ਜਿਹੜੇ ਲਿਸਟ ਆਫ ਹੈਡਿੰਗਸ ਨੇ ਉਹ ਬਿਲਕੁਲ ਸਹੀ ਹੋਣ ਲੱਗ ਜਾਣਗੇ। 101% ਸ਼ੋਰ ਹੈ ਜੀ ਇਹ ਗੱਲ। ਓਕੇ ਜੀ, ਥੈਂਕ ਯੂ। ਹੋਪਫੁਲੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ।